ਸਾਡੇ ਸੋਰਸੇ ਦੱਸਦੇ ਆ ਕਾਂਗਰਸੀਆਂ ਨੂੰ ਬੁਲਾਇਆ ਗਿਆ ਦਿੱਲੀ। ਕੁਝ ਖਾਸ ਕਾਂਗਰਸੀਆਂ ਨੂੰ, ਉਹਨਾਂ ਚੋਂ ਕੁਝ ਕੈਪਟਨ ਦੇ ਵੀ ਕਰੀਬੀ ਸੀ। ਤਾਣਾ ਬਾਣਾ ਇੱਕ ਹਾਈ ਕਮਾਨ ਵੱਲੋਂ ਬੁਣਿਆ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਆਫਰ ਵੀ ਕੀਤੀ, ਆਓ ਲੰਚ ਕਰਦੇ ਹਾਂ, ਡਿਨਰ ਕਰਦੇ ਹਾਂ। ਕੁਝ ਮੰਤਰੀ ਜਾਣ ਲਈ ਤਿਆਰ ਹੋ ਗਏ, ਕੁਝ ਮੰਤਰੀ ਨਹੀਂ ਗਏ। ਸਾਨੂੰ ਪਤਾ ਲੱਗਿਆ ਅੱਜ ਮੀਟਿੰਗ ਹੋਈ ਹੈ, ਸਵੇਰੇ ਕਿਸੇ ਵਿਧਾਇਕ ਦੇ ਘਰ ਮੀਟਿੰਗ ਹੋਈ ਹੈ। ਕੁਝ ਮੰਤਰੀਆਂ ਦੀਆਂ ਅਲੱਗ-ਅਲੱਗ ਡਿਊਟੀਆਂ ਲਾਈਆਂ ਗਈਆਂ ਸੀ ਐਮਐਲਏਜ਼ ਨੂੰ ਮਿਲਣ ਲਈ। ਇਹ ਕਾਂਗਰਸੀਆਂ ਨੇ ਹਾਈ ਕਮਾਨ ਨੂੰ ਕਿਹਾ, ਜਦ ਤੱਕ ਕੋਈ ਹੱਲ ਕੱਢੋ, ਨਹੀਂ ਫਿਰ ਅਸੀਂ ਸਾਰੇ ਆਪਣੇ ਤਰੀਕੇ ਦੇ ਨਾਲ ਚੱਲੀਏ। ਤਾਂ ਹਾਈ ਕਮਾਨ ਉਸੇ ਟਾਈਮ ਸਰਗਰਮ ਹੋਈ। ਹਾਈ ਕਮਾਨ ਨੇ ਨਾਲ ਦੀ ਨਾਲ ਕਿਹਾ, ਦਿੱਲੀ ਆ ਜਾਓ। ਜਿਹੜੇ ਕੈਪਟਨ ਦੇ ਨਾਲ ਹਾਮੀ ਭਰਦੇ ਸੀ, ਕੈਪਟਨ ਨਾਲ ਫੋਟੋਆਂ ਖਿਚਾਉਂਦੇ ਸੀ, ਉਹ ਵੀ ਜਾ ਕੇ ਹਾਈ ਕਮਾਨ ਦੇ ਕਹੇ ਤੇ ਦੂਜੇ ਪਾਸੇ ਪਲਟੇ। ਅਰਵਿੰਦ ਖੰਨਾ ਦਾ ਇੱਕ ਡਿਨਰ ਕਹਿ ਲਓ, ਜਾਂ ਅਰਵਿੰਦ ਖੰਨਾ ਦੀ ਇੱਕ ਮੀਟਿੰਗ ਕਹਿ ਲਓ, ਅਰਵਿੰਦ ਖੰਨਾ ਦੀ ਕਨਵਰਸੇਸ਼ਨ ਕਹਿ ਲਓ, ਜਾਂ ਪੋਲੀਟੀਕਲ ਗੌਸਪਿੰਗ ਕਹਿ ਲਓ, ਉੱਥੇ ਸਾਰੇ ਇਕੱਠੇ ਹੁੰਦੇ ਨੇ। ਮੀਟਿੰਗ ਕਹਿੰਦੇ ਰਾਣੇ ਗੁਰਜੀਤ ਦੇ ਘਰ ਦੇ ਨੇੜੇ ਤੇੜੇ ਹੋਈ ਹੈਗੀ, ਸਾਨੂੰ ਜਿਹੜਾ ਪਤਾ ਲੱਗਿਆ ਹੈਗਾ। ਮੀਟਿੰਗ ਤੋਂ ਬਾਅਦ ਇਹ ਗੱਲ ਨਿਕਲ ਕੇ ਆਈ ਕਿ ਸੀਐਲਪੀ ਬੁਲਾਉਣਾ ਚਾਹੁੰਦੇ ਨੇ। ਜਿਹੜੇ ਸਿੱਧੂ ਕੋਲੇ ਹੁੰਦੇ ਸੀ ਕੈਪਟਨ ਕੋਲੇ ਵੀ, ਜਿਹੜੇ ਕੈਪਟਨ ਕੋਲੇ ਹੁੰਦੇ ਸਿੱਧੂ ਕੋਲੇ। ਯਾਦਵਿੰਦਰ ਜੀ, ਕਾਂਗਰਸ ਹਾਈ ਕਮਾਨ ਕੀ ਕਰ ਰਹੀ ਹੈ? ਦੇਖੋ, ਕਾਂਗਰਸ ਹਾਈ ਕਮਾਨ ਨੇ ਹਿਲਜੁਲ ਕਰਵਾਈ ਹੈ, ਹੋਈ ਨਹੀਂ ਹੈਗੀ। ਸਾਡੇ ਸੋਰਸੇ ਦੱਸਦੇ ਆ ਕਾਂਗਰਸੀਆਂ ਨੂੰ ਬੁਲਾਇਆ ਗਿਆ ਦਿੱਲੀ। ਕੁਝ ਖਾਸ ਕਾਂਗਰਸੀਆਂ ਨੂੰ, ਉਹਨਾਂ ਚੋਂ ਕੁਝ ਕੈਪਟਨ ਦੇ ਵੀ ਕਰੀਬੀ ਸੀ। ਜਿਹੜਾ ਸਾਰਾ ਤਾਣਾ ਬਾਣਾ ਬੁਣਿਆ ਗਿਆ, ਹੋਏਗਾ ਕੀ ਇਹ ਤਾਂ ਨਹੀਂ ਪਤਾ, ਪਰ ਤਾਣਾ ਬਾਣਾ ਇੱਕ ਹਾਈ ਕਮਾਨ ਵੱਲੋਂ ਬੁਣਿਆ ਗਿਆ। ਦਰਅਸਲ ਇਹ ਪਤਾ ਲੱਗ ਰਿਹਾ ਸੀ ਕਿ ਪਿਛਲੇ ਦਿਨਾਂ 'ਚ ਜਿਹੜੇ ਕੈਪਟਨ ਦੇ ਵਿਰੋਧੀ ਮੰਤਰੀ ਸੀ, ਉਹ ਵੀ ਕਿਤੇ ਨਾ ਕਿਤੇ ਕੈਪਟਨ ਦੇ ਨਾਲ ਲੀਨਿੰਗ 'ਚ ਜਾ ਰਹੇ ਸੀ। ਕੁਝ ਮੰਤਰੀ ਚਲੇ ਗਏ ਸੀ, ਕੁਝ ਨੂੰ ਕਨਵਿੰਸ ਕੀਤਾ ਜਾ ਰਿਹਾ ਸੀ, ਕੁਝ ਨੂੰ ਯਾਨੀ ਮਨਾਇਆ ਜਾ ਰਿਹਾ ਸੀ। ਕੈਪਟਨ ਅਮਰਿੰਦਰ ਸਿੰਘ ਨੇ ਆਫਰ ਵੀ ਕੀਤੀ, ਆਓ ਲੰਚ ਕਰਦੇ ਹਾਂ, ਡਿਨਰ ਕਰਦੇ ਹਾਂ। ਕੁਝ ਮੰਤਰੀ ਜਾਣ ਲਈ ਤਿਆਰ ਹੋ ਗਏ, ਕੁਝ ਮੰਤਰੀ ਨਹੀਂ ਗਏ। ਉਹਨਾਂ ਨੂੰ ਮਨਾਇਆ ਜਾ ਰਿਹਾ ਸੀ। ਉਹ ਮੰਤਰੀਆਂ ਨੂੰ ਇੱਕ ਕੋਈ ਕੋਸ਼ਿਸ਼ ਕਰ ਰਿਹਾ ਸੀ ਇਹਦੇ ਵਿੱਚ ਪੈ ਕੇ, ਉਹ ਲਿਜਾਣ ਤੱਕ ਸਹਿਮਤ ਹੋ ਗਿਆ ਸੀਗਾ ਕਿ ਆਪਾਂ ਇੱਕ ਥਾਂ 'ਤੇ ਬੈਠਦੇ ਹਾਂ, ਗੱਲ ਕਰਦੇ ਹਾਂ, ਫਿਰ ਚੱਲ ਬੜਾਂਗੇ। ਕਹਿੰਦੇ ਇਹ ਗੱਲ ਹਾਈ ਕਮਾਨ ਤੱਕ ਵੀ ਪਹੁੰਚੀ, ਅਤੇ ਹਾਈ ਕਮਾਨ ਆ ਜਿਹੜੀ ਉਹ ਇਹ ਨਹੀਂ ਚਾਹੁੰਦੀ ਸੀਗੀ, ਇਹ ਪਤਾ ਲੱਗਿਆ। ਤਾਂ ਹਾਈ ਕਮਾਨ ਨੇ ਉਹਨਾਂ ਨੂੰ ਭਰੋਸਾ ਦਿੱਤਾ। ਜਦੋਂ ਉਹਨਾਂ ਨਾਲ ਗੱਲ ਕੀਤੀ ਜਾਂ ਹੋਰ ਜਿਹੜੇ ਲੋਕਾਂ ਨਾਲ ਗੱਲ ਕੀਤੀ, ਉਹਨਾਂ ਨੇ ਕਿਹਾ ਕਿ ਜਾਂ ਤਾਂ ਤੁਸੀਂ ਕੁਝ ਕਰੋ, ਜਾਂ ਤਾਂ ਨਵੇੜੋ ਰੌਲਾ। ਜੋ ਰੌਲਾ ਚੱਲ ਰਿਹਾ ਹੈਗਾ ਕੈਪਟਨ ਤੇ ਸਿੱਧੂ ਦਾ, ਜਾਂ ਕਾਂਗਰਸ ਦਾ ਰੌਲਾ ਚੱਲ ਰਿਹਾ, ਇਹਨੇ ਕਾਂਗਰਸ ਡੈਮੇਜ ਕਰਤੀ, ਬੁਰੀ ਹਾਲਤ 'ਚ ਹੋ ਗਈ ਕਾਂਗਰਸ। ਇਹ ਕਾਂਗਰਸੀਆਂ ਨੇ ਹਾਈ ਕਮਾਨ ਨੂੰ ਕਿਹਾ, ਜਦ ਤੱਕ ਕੋਈ ਹੱਲ ਕੱਢੋ, ਨਹੀਂ ਫਿਰ ਅਸੀਂ ਸਾਰੇ ਆਪਣੇ ਤਰੀਕੇ ਦੇ ਨਾਲ ਚੱਲੀਏ। ਤਾਂ ਹਾਈ ਕਮਾਨ ਉਸੇ ਟਾਈਮ ਸਰਗਰਮ ਹੋਈ। ਹਾਈ ਕਮਾਨ ਨੇ ਨਾਲ ਦੀ ਨਾਲ ਕਿਹਾ, ਦਿੱਲੀ ਆ ਜਾਓ। ਕੁਝ ਲੋਕਾਂ ਨੂੰ ਕਿਹਾ, ਦਿੱਲੀ ਆ ਜਾਓ। ਦਿੱਲੀ ਬਹਿ ਕੇ ਬੁਣਤਰਾਂ ਘੁਣਤਰਾਂ ਕੀਤੀਆਂ ਗਈਆਂ, ਬੁਣਤਰਾਂ ਬੁਣੀਆਂ ਗਈਆਂ ਅਤੇ ਘੁਣਤਰਾਂ ਸ਼ੁਰੂ ਹੋਈਆਂ। ਉਹ ਘੁਣਤਰਾਂ ਸ਼ੁਰੂ ਹੁੰਦੀਆਂ ਹੋਈਆਂ, ਜਿਹੜੇ ਕੈਪਟਨ ਖੇਮੇ ਦੇ ਵੀ ਕੁਝ ਲੋਕ ਸੀ ਜੇ ਕਹੀਏ, ਉਹ ਵੀ ਇਹਦੇ ਸ਼ਾਮਲ ਹੋਏ। ਯਾਨੀ ਜਿਹੜੇ ਕੈਪਟਨ ਦੇ ਨਾਲ ਹਾਮੀ ਭਰਦੇ ਸੀ, ਕੈਪਟਨ ਨਾਲ ਫੋਟੋਆਂ ਖਿਚਾਉਂਦੇ ਸੀ, ਉਹ ਵੀ ਜਾ ਕੇ ਹਾਈ ਕਮਾਨ ਦੇ ਕਹੇ ਤੇ ਦੂਜੇ ਪਾਸੇ ਪਲਟੇ। ਉਸ ਤੋਂ ਬਾਅਦ ਦਿੱਲੀ ਤੋਂ ਬਾਅਦ ਪੰਜਾਬ 'ਚ ਸਰਗਰਮੀ ਸ਼ੁਰੂ ਹੋਈ। ਪੰਜਾਬ ਦੇ ਅੰਦਰ ਇੰਟਰਸਟਿੰਗ ਗੱਲ ਹੈ ਕਿ ਅਰਵਿੰਦ ਖੰਨਾ ਵੀ ਉਸ ਮੀਟਿੰਗ ਸ਼ਾਮਲ ਸੀਗੇ। ਅਰਵਿੰਦ ਖੰਨਾ ਜਿਹੜੇ ਕਿਸੇ ਟਾਈਮ ਕੈਪਟਨ ਦੇ ਕਰੀਬੀ ਰਹੇ ਨੇ, ਜਿਹੜੇ ਪੰਜਾਬ ਦੀ ਸਿਆਸਤ ਸਰਗਰਮ ਹੋਣਾ ਚਾਹੁੰਦੇ ਨੇ, ਜਿਨ੍ਹਾਂ ਬਾਰੇ ਚਰਚਾ ਇਹ ਹੈ ਕਿ ਸੰਗਰੂਰ ਤੋਂ ਇਲੈਕਸ਼ਨ ਲੜ ਸਕਦੇ ਨੇ ਉਹ। ਪਹਿਲਾਂ ਉਹਨਾਂ ਬਾਰੇ ਅਕਾਲੀ ਦਲ ਬਾਰੇ ਚਰਚਾ ਸੀ, ਅਕਾਲੀ ਦਲ ਦੇ ਨਾਲ ਚਲੇ ਵੀ ਗਏ ਸੀ ਉਹ, ਪਰ ਇਸ ਵਾਰ ਉਹ ਕਹਿੰਦੇ ਬਹੁਤ ਕੁਝ ਦੇਖ ਰਹੇ ਨੇ। ਤਾਂ ਅਰਵਿੰਦ ਖੰਨਾ ਦਾ ਇੱਕ ਡਿਨਰ ਕਹਿ ਲਓ, ਜਾਂ ਅਰਵਿੰਦ ਖੰਨਾ ਦੀ ਇੱਕ ਮੀਟਿੰਗ ਕਹਿ ਲਓ, ਅਰਵਿੰਦ ਖੰਨਾ ਦੀ ਕਨਵਰਸੇਸ਼ਨ ਕਹਿ ਲਓ, ਜਾਂ ਪੋਲੀਟੀਕਲ ਗੌਸਪਿੰਗ ਕਹਿ ਲਓ, ਉੱਥੇ ਸਾਰੇ ਇਕੱਠੇ ਹੁੰਦੇ ਨੇ। ਉਹ ਜਿਹੜੇ ਇਕੱਠੇ ਹੋਏ ਲੋਕ ਨੇ, ਉਹਨਾਂ ਦੇ ਉੱਤੇ ਫਿਰ ਚਰਚਾ ਸ਼ੁਰੂ ਹੋ ਜਾਂਦੀ ਹੈ। ਕੁਝ ਥਾਂ 'ਤੇ ਖਬਰਾਂ ਛਪਦੀਆਂ ਨੇ, ਗੱਲ ਪਹੁੰਚ ਜਾਂਦੀ ਹੈ। ਕੋਈ ਕਹਿੰਦਾ ਕਿਤੇ ਮੀਟਿੰਗ ਹੋਈ ਹੈ, ਕੋਈ ਕਹਿੰਦਾ ਕਿਤੇ ਮੀਟਿੰਗ ਹੋਈ ਹੈ, ਪਰ ਮੀਟਿੰਗ ਕਹਿੰਦੇ ਰਾਣੇ ਗੁਰਜੀਤ ਦੇ ਘਰ ਦੇ ਨੇੜੇ ਤੇੜੇ ਹੋਈ ਹੈਗੀ, ਸਾਨੂੰ ਜਿਹੜਾ ਪਤਾ ਲੱਗਿਆ ਹੈਗਾ। ਮੀਟਿੰਗ ਤੋਂ ਬਾਅਦ ਇਹ ਗੱਲ ਨਿਕਲ ਕੇ ਆਈ ਕਿ ਸੀਐਲਪੀ ਬੁਲਾਉਣਾ ਚਾਹੁੰਦੇ ਨੇ, ਵਿਧਾਇਕ ਦਲ ਦੀ ਮੀਟਿੰਗ। ਹੁਣ ਵਿਧਾਇਕ ਦਲ ਦੀ ਮੀਟਿੰਗ ਤਾਂ ਕਈ ਪੱਖਾਂ ਤੋਂ ਬੁਲਾਈ ਜਾਂਦੀ ਹੈ। ਇੱਕ ਤਾਂ ਇਹ ਬੁਲਾਈ ਜਾਂਦੀ ਹੈ ਕਿ ਅਸੀਂ ਕੋਈ ਨਵਾਂ ਇਸ਼ੂ ਲੈ ਕੇ ਆਉਣਾ ਗਾ, ਪਰ ਵਿਧਾਇਕ ਦਲ ਦੀ ਮੀਟਿੰਗ ਦੇ ਬਾਰੇ ਚਿੱਠੀ ਲਿਖੀ ਜਾਂਦੀ ਹੈ ਜਿਹਦੇ 'ਚ ਕਿਹਾ ਜਾ ਰਿਹਾ ਕੈਪਟਨ ਦਾ ਜ਼ਿਕਰ ਨਹੀਂ ਹੈਗਾ। ਅਤੇ ਕੈਪਟਨ ਅਮਰਿੰਦਰ ਸਿੰਘ ਵਿਧਾਇਕ ਦਲ ਦੇ ਇੱਕ ਤਰ੍ਹਾਂ ਦੇ ਲੀਡਰ ਨੇ। ਲੀਡਰ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਨਾ ਹਾਊਸ ਦੇ, ਉਹਨਾਂ ਨੂੰ ਇਗਨੋਰ ਕੀਤਾ ਜਾਂਦਾ। ਤਾਂ ਉਹਦੇ ਤੋਂ ਇਹ ਅੰਦਾਜ਼ੇ ਲਾਏ ਜਾ ਰਹੇ ਆ ਕਿ ਸ਼ਾਇਦ ਕੈਪਟਨ ਦੇ ਖਿਲਾਫ ਫਿਰ ਕੋਈ ਨਵੀਆਂ ਬਗਾਵਤਾਂ, ਫਿਰ ਕੋਈ ਨਵਾਂ ਰੋਸ, ਫਿਰ ਕੋਈ ਨਵੀਂ ਚਾਲ ਚੱਲੀ ਜਾ ਰਹੀ ਹੈ, ਜਾਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜਿਹੜਾ ਰੋਸਾ ਉਹ ਸੈੱਟ ਨਹੀਂ ਹੋ ਰਿਹਾ। ਕੈਪਟਨ ਅਮਰਿੰਦਰ ਸਿੰਘ ਨੇ ਕਾਫੀ ਹੱਦ ਤੱਕ ਸਭ ਨੂੰ ਡੀਰੇਲ ਕਰਤਾ ਸੀ।
ਬੜੀ ਇੰਟਰਸਟਿੰਗ ਗੱਲ ਅਸੀਂ ਦੇਖੀ, ਜਿਹੜੇ ਸਿੱਧੂ ਕੋਲੇ ਹੁੰਦੇ ਸੀ ਕੈਪਟਨ ਕੋਲੇ ਵੀ, ਜਿਹੜੇ ਕੈਪਟਨ ਕੋਲੇ ਹੁੰਦੇ ਸਿੱਧੂ ਕੋਲੇ, ਜਿਹੜੇ ਸਿੱਧੂ ਦੇ ਘਰ ਬੈਠੇ ਸੀ ਉਹ ਜਾ ਕੇ ਕੈਪਟਨ ਕੋਲੇ, ਜਿਹੜੇ ਬਿਲਕੁਲ ਹੀ ਐਂ ਲੱਗਦਾ ਸੀ ਨਹੀਂ ਜਾਣਗੇ ਉਹ ਵੀ ਜਾ ਕੇ ਕੈਪਟਨ ਨਾਲ ਫੋਟੋਆਂ ਖਿਚਾਏ ਆਏ, ਉਹ ਵੀ ਆਪਣੇ ਕੰਮ ਕਰਾਉਣ ਲੱਗੇ, ਚਾਹੇ ਉਹ ਪੁਲਿਸ ਦੇ ਕੰਮ ਸੀ, ਚਾਹੇ ਸਿਵਲ ਐਡਮਿਨਿਸਟ੍ਰੇਸ਼ਨ ਦੇ ਕੰਮ ਸੀ। ਉਹ ਐਮਐਲਏ ਜਿਨ੍ਹਾਂ ਦੇ ਬਾਰੇ ਪਤਾ, ਕੈਪਟਨ ਨੂੰ ਵੀ ਪਤਾ ਔਰ ਸਿੱਧੂ ਨੂੰ ਵੀ ਪਤਾ, ਜਾਂ ਉਹ ਧੜੇ ਨੂੰ ਪਤਾ ਪੂਰੇ ਨੂੰ, ਜਿਹਦੀ ਅਗਵਾਈ ਸਿੱਧੂ ਕਰ ਰਹੇ ਨੇ ਕਿਉਂਕਿ ਪ੍ਰਧਾਨ ਨੇ ਸਿੱਧੂ, ਤਾਂ ਉਹ ਵੀ ਜਾ ਕੇ ਆਪਣੇ ਕੰਮ ਕਢਵਾਉਣ ਲੱਗੇ। ਬਹੁਤਿਆਂ ਨੂੰ ਲੱਗਿਆ ਵੀ ਗੱਲ ਤਾਂ ਕੋਈ ਅੱਗੇ ਵੱਧ ਨਹੀਂ ਰਹੀ, ਰਾਮ ਰੌਲਾ ਜ਼ਿਆਦਾ ਪੈ ਗਿਆ, ਕੱਢਣ ਪਾਉਣ ਨੂੰ ਕੁਝ ਹੈ ਨਹੀਂ, ਤਾਂ ਬਹੁਤੇ ਨੇ ਜਿਹੜੇ ਉਹ ਜਾ ਕੇ ਫਿਰ ਕੈਪਟਨ ਦੇ ਦਰਬਾਰ 'ਚ ਗਏ। ਕੁਝ ਕੈਪਟਨ ਨੇ ਅਪੁਆਇੰਟਮੈਂਟਾਂ ਵੀ ਕੀਤੀਆਂ, ਆਪਾਂ ਨੂੰ ਪਤਾ ਕਿ ਕੇ ਢਿੱਲੋਂ ਨੂੰ ਹੋਰਾਂ ਨੂੰ ਲਾਇਆ, ਡਾਬਰ ਨੂੰ ਲਾਇਆ, ਲਾਲ ਸਿੰਘ ਨੂੰ, ਉਹ ਵੀ ਕਹਿੰਦੇ ਇਹ ਇਸੇ ਕਵੈਤ 'ਚੋਂ ਸੀ। ਤਾਂ ਚੰਗਾ ਭਲਾ ਸਭ ਕੁਝ ਠੰਡਾ ਹੋਇਆ ਫਿਰ ਗਰਮ ਹੋ ਗਿਆ। ਹੁਣ ਇਹ ਗਰਮੀ ਕਿੱਧਰ ਨੂੰ ਜਾਂਦੀ ਹੈ, ਕੌਣ ਇਹਨੂੰ ਟੈਕਲ ਕਰ ਲੈਂਦਾ, ਕਿ ਇਹਨੂੰ ਹਾਈਕਮਾਨ ਟੈਕਲ ਕਰ ਲੈਂਦੀ ਹੈ ਜਾਂ ਕੈਪਟਨ ਅਮਰਿੰਦਰ ਸਿੰਘ ਕਰ ਲੈਂਦੇ ਨੇ। ਮਾਹੌਲ ਹਾਈਕਮਾਨ ਦੇ ਪੱਖ 'ਚ ਬਣ ਜਾਂਦਾ ਹੈ, ਬਾਗੀ ਧੜੇ ਦੇ ਪੱਖ 'ਚ ਬਣ ਜਾਂਦਾ ਹੈ, ਜਾਂ ਫਿਰ ਕੈਪਟਨ ਕੋਈ ਇਹੋ ਜਿਹਾ ਝਟਕਾ ਦੇਣਗੇ ਕਿ ਡੀਰੇਲ ਕਰ ਦੇਣਗੇ ਸਭ ਕੁਝ। ਇਸ ਤਰ੍ਹਾਂ ਦੀਆਂ ਚੀਜ਼ਾਂ ਨੇ। ਅਲਟੀਮੇਟਲੀ ਕੀ ਹੋਣਾ ਕੁਝ ਨਹੀਂ ਪਤਾ, ਪਰ ਜੋ ਸਾਡੇ ਕੋਲ ਸੂਚਨਾ ਆਈ ਹੈ ਗੱਲ ਦਿੱਲੀ ਤੋਂ ਚੱਲੀ ਹੈਗੀ। ਇਸ ਵਾਰ ਗੱਲ ਪੰਜਾਬ ਤੋਂ ਨਹੀਂ ਚੱਲੀ, ਦਿੱਲੀ ਤੋਂ ਇਸ਼ਾਰਾ ਹੋਇਆ, ਤੇ ਦਿੱਲੀ ਦੇ ਇਸ਼ਾਰੇ ਤੇ ਜਿਹੜਾ ਬਹੁਤ ਕੁਝ ਹੋਇਆ, ਬਹੁਤ ਕੁਝ ਕਹਿੰਦੇ ਆ ਹੋਣ ਜਾ ਰਿਹਾ। ਜਿਹੜਾ ਹੁਣ ਹੋਣ ਜਾ ਰਿਹਾ ਉਹ ਕਿੰਨਾ ਸਿਰੇ ਚੜ੍ਹੇਗਾ ਕਿੰਨਾ ਨਹੀਂ ਚੜ੍ਹੇਗਾ ਇਹ ਤਾਂ ਪਤਾ ਨਹੀਂ, ਕਿਉਂਕਿ ਆਪਾਂ ਕਈ ਵਾਰ ਦੇਖ ਲਿਆ ਕਾਂਗਰਸ ਹੁੰਦਾ ਪ੍ਰਧਾਨਗੀ ਵੀ ਕਿੰਨਾ ਟਲਦੀ ਰਹੀ, ਹੋਰ ਚੀਜ਼ਾਂ ਬਾਰੇ ਵੀ ਚਰਚਾ ਚੱਲਦੀ ਰਹੀ, ਪਰ ਸਿਰੇ ਨਹੀਂ ਲੱਗੀਆਂ। ਕਿਉਂਕਿ ਸਿਆਸਤ 'ਚ ਕੁਝ ਵੀ ਸਥਿਰ ਨਹੀਂ ਹੁੰਦਾ, ਸਿਆਸਤ 'ਚ ਕੁਝ ਪੱਕਾ ਨਹੀਂ ਹੁੰਦਾ, ਸਿਆਸਤ 'ਚ ਦੋਸਤ ਤੇ ਦੁਸ਼ਮਣ ਪੱਕੇ ਨਹੀਂ ਹੁੰਦੇ, ਬਦਲਦੇ ਰਹਿੰਦੇ ਨੇ। ਦੋਸਤ ਕਦੇ ਜਿਹੜਾ ਦੁਸ਼ਮਣ ਉਹ ਦੋਸਤ ਬਣ ਗਿਆ, ਦੋਸਤ ਦੁਸ਼ਮਣ ਬਣ ਜਾਂਦਾ, ਦੁਸ਼ਮਣ ਦੋਸਤ ਬਣ ਜਾਂਦਾ। ਜਿਵੇਂ ਪ੍ਰਤਾਪ ਸਿੰਘ ਬਾਜਵਾ ਦੀ ਸਭ ਤੋਂ ਵੱਡੀ ਐਗਜ਼ਾਮਪਲ ਹੈ। ਪ੍ਰਤਾਪ ਬਾਜਵਾ ਦੀ ਕੈਪਟਨ ਨਾਲ ਬਿਲਕੁਲ ਨਹੀਂ ਬਣਦੀ ਸੀ, ਪਰ ਅੱਜ ਕੱਲ੍ਹ ਕੈਪਟਨ ਦੇ ਸਭ ਤੋਂ ਖਾਸ ਨੇ ਉਹ। ਇਸੇ ਤਰੀਕੇ ਨਾਲ ਸਿੱਧੂ ਨਾਲ, ਜਿਹੜੇ ਸਿੱਧੂ ਦੇ ਖਿਲਾਫ ਬੋਲਦੇ ਸੀ ਅੱਜ ਉਹ ਕਈ ਸਿੱਧੂ ਦੇ ਨਾਲ ਵੀ ਨੇ। ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਨੇ, ਪਰ ਬਹੁਤ ਸਾਰੀਆਂ ਘੁਣਤਰਾਂ ਤੇ ਬੁਣਤਰਾਂ, ਇਹ ਦੋ ਸ਼ਬਦ ਮੈਂ ਤਾਂ ਕਹਿ ਰਿਹਾ। ਇੱਕ ਬੁਣਤਰ ਕੀ ਬੁਣੀ ਜਾਊਗੀ, ਇੱਕ ਘੁਣਤਰਾਂ ਦੇ ਨਾਲ ਬੁਣਤਰਾਂ ਤਿਆਰ ਕੀਤੀਆਂ ਜਾ ਰਹੀਆਂ ਨੇ। ਉਹ ਘੁਣਤਰਾਂ ਕੈਪਟਨ ਅਮਰਿੰਦਰ ਸਿੰਘ ਦੀਆਂ ਕਈਆਂ ਜਾਂ ਹੋਣਗੀਆਂ, ਤੇ ਬਾਗੀ ਧੜੇ ਦੀਆਂ ਕਈਆਂ ਜਾਂ ਹਾਈਕਮਾਨ ਦੀਆਂ ਕਈਆਂ ਜਾਂ, ਤੇ ਬੁਣਤਰਾਂ ਕੈਪਟਨ ਦੀਆਂ ਕੀ ਨੇ ਤੇ ਉਹਨਾਂ ਦੀਆਂ ਕੀ ਨੇ। ਬੁਣਤਰਾਂ ਬਾਰੇ ਪੱਤੇ ਕਦੇ ਖੋਲ੍ਹੇ ਨਹੀਂ ਜਾਂਦੇ ਹੁੰਦੇ, ਐਂਡ 'ਚ ਆ ਕੇ ਪੱਤੇ ਖੋਲ੍ਹਦੇ ਆ। ਪਰ ਬਹੁਤ ਸਾਰੇ ਨਾਵਾਂ 'ਤੇ ਚਰਚਾ ਹੋ ਰਹੀ ਹੈ। ਸੁਨੀਲ ਜਾਖੜ ਦੇ ਨਾਂ 'ਤੇ ਚਰਚਾ ਹੋ ਰਹੀ ਹੈ, ਰੰਧਾਵਾ ਦੇ ਨਾਮ 'ਤੇ ਚਰਚਾ ਹੋ ਰਹੀ ਹੈ, ਸਾਨੂੰ ਤਾਂ ਇੱਥੇ ਤੱਕ ਪਤਾ ਲੱਗਿਆ ਪ੍ਰਤਾਪ ਬਾਜਵਾ ਦੇ ਨਾਂ 'ਤੇ ਵੀ ਚਰਚਾ ਹੋ ਰਹੀ ਹੈ। ਬਹੁਤ ਸਾਰੀਆਂ ਚਰਚਾਵਾਂ ਵੱਖ-ਵੱਖ ਤਰੀਕੇ ਦੀਆਂ ਚੱਲ ਰਹੀਆਂ ਨੇ, ਪਰ ਜਿਨ੍ਹਾਂ ਨੇ ਲੈਟਰ ਲਿਖਿਆ ਗਾ, ਜਿਹੜੇ ਹਾਈਕਮਾਨ ਦੇ ਟੱਚ ਨੇ, ਉਹ ਸਾਰੇ ਬਾਗੀ ਧੜੇ ਦੇ ਲੋਕ ਨੇ। ਪਰ ਹਾਈਕਮਾਨ ਇਸ ਤਰ੍ਹਾਂ ਦਾ ਮਾਹੌਲ ਬਣਾ ਰਹੀ ਹੈ ਕਿ ਅਲਟੀਮੇਟਲੀ ਤਾਂ ਸਭ ਕੁਝ ਹਾਈਕਮਾਨ ਹੀ ਹੈ। ਤਾਂ ਜਦੋਂ ਹਾਈਕਮਾਨ ਦੀ ਗੱਲ ਆਉਂਦੀ ਹੈ, ਜਿਵੇਂ ਮੈਂ ਜ਼ਿਕਰ ਕਰ ਰਿਹਾ ਕਿ ਜਿਹੜੇ ਕੈਪਟਨ ਦੇ ਨਾਲ ਫੋਟੋਆਂ ਖਿਚਾਉਂਦੇ ਹੁੰਦੇ ਸੀ, ਉਹਨਾਂ 'ਚੋਂ ਮੈਂ ਜਾਣਦਾ ਜਿਹੜੇ ਫੋਟੋਆਂ ਖਿਚਾਉਣ ਵਾਲੇ ਨੇ ਉਹ ਵੀ ਹਾਈਕਮਾਨ ਦੇ ਇਨ ਟੱਚ ਨੇ। ਉਹ ਫੋਟੋਆਂ ਖਿਚਾਉਣ ਵਾਲਿਆਂ ਨੇ ਵੀ, ਜਾਂ ਕੈਪਟਨ ਦਾ ਪੱਖ ਪੂਰਨ ਵਾਲੇ ਸੀ ਜਿਹੜੇ ਆ ਪੂਰੇ ਵਿਵਾਦ 'ਚ, ਉਹ ਵੀ ਹਾਈਕਮਾਨ ਦੇ ਇਨ ਟੱਚ ਨੇ। ਇਹ ਗੱਲ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪਤਾ ਹੋਣੀ ਹੈ, ਹਾਈਕਮਾਨ ਨੂੰ ਤਾਂ ਪਤਾ ਹੀ ਹੈ, ਤੇ ਸਾਡੇ ਸੋਰਸ ਦੱਸਦੇ ਇਸ ਤਰ੍ਹਾਂ ਦੀ ਸਾਰੀ ਕਨਵਰਸੇਸ਼ਨ ਚੱਲ ਰਹੀ ਹੈ। ਜੇਕਰ ਦੋਵੇਂ ਧੜਿਆਂ ਦੀ ਆਪਾਂ ਗੱਲ ਕਰੀਏ, ਬਾਗੀ ਧੜਾ ਤੇ ਕੈਪਟਨ ਧੜਾ, ਕਿਸ ਤਰ੍ਹਾਂ ਦੀਆਂ ਤਿਆਰੀਆਂ ਹੋ ਰਹੀਆਂ ਨੇ ਦੋਵੇਂ ਧੜਿਆਂ ਦੀਆਂ? ਬਾਗੀ ਧੜਾ ਆਪਣੀ ਇੱਕ ਪੋਲਿਟਿਕਸ ਤਿਆਰ ਕਰ ਰਿਹਾ ਹੈਗਾ। ਜਿਵੇਂ CLP ਬੁਲਾਉਣ ਦਾ ਮਤਲਬ ਕੀ ਹੈ, ਮੀਨਿੰਗ ਕੀ ਹੈ, ਤਾਂ ਹੁਣ ਪਤਾ ਲੱਗੇਗਾ ਜਦੋਂ ਬੁਲਾਈ ਜਾਂਦੀ ਹੈ ਜਾਂ ਕੋਈ ਸਟੈਪ ਪੁੱਟਿਆ ਜਾਂਦਾ। ਸਟੈਪ ਪੁੱਟੇ ਤੋਂ ਹੀ ਪਤਾ ਲੱਗੇਗਾ ਨਾ। ਜਿਵੇਂ ਮੈਂ ਕਹਿੰਦਾ ਕਿ ਸਥਿਰਤਾ ਰਾਜਨੀਤੀ 'ਚ ਕੁਝ ਨਹੀਂ ਹੁੰਦਾ, ਕੋਈ ਸਥਿਰ ਨਹੀਂ ਹੁੰਦਾ ਕੁਝ ਵੀ ਮੰਨ ਲਓ ਅੱਜ ਅਸੀਂ ਡਿਸਾਈਡ ਕਰ ਲਿਆ ਸਵੇਰੇ ਆਹ ਕਰਨਾ, ਹੋ ਸਕਦਾ ਸਵੇਰ ਤੱਕ ਸਿਚੁਏਸ਼ਨ ਬਦਲ ਜੇ। ਰਾਜਨੀਤੀ ਸਮਾਂ, ਸਥਾਨ, ਸਥਿਤੀਆਂ ਮੁਤਾਬਕ ਚੱਲਦੀ ਹੈ। ਪੋਲੀਟੀਕਲ ਮਟੀਰੀਅਲ ਕੰਡੀਸ਼ਨ ਕੀ ਹੈ, ਪੋਲੀਟੀਕਲ ਹਾਲਾਤ ਕੀ ਨੇ, ਉਹਦੇ ਹਿਸਾਬ ਨਾਲ ਇੱਕ ਮਿੰਟ 'ਚ ਮਾਹੌਲ ਬਦਲ ਜਾਂਦਾ ਹੈ। ਤਾਂ ਉਹ ਮਾਹੌਲ ਕਿਹਦੇ ਪੱਖ 'ਚ, ਕਿਹੜੇ ਘੰਟਿਆਂ 'ਚ ਰਹਿੰਦਾ, ਕਿਹੜੇ ਦਿਨਾਂ 'ਚ ਰਹਿੰਦਾ, ਇਹ ਸਭ ਤੋਂ ਵੱਡਾ ਸਵਾਲ ਹੈ। ਪਰ ਦੋ ਚਰਚਾਵਾਂ ਬੜੀਆਂ ਅਹਿਮ ਚੱਲ ਰਹੀਆਂ ਨੇ। ਇੱਕ ਚਰਚਾ ਇਹ ਆ ਜਿਹੜੀ CLP ਉਹ ਕੈਪਟਨ ਦੇ ਖਿਲਾਫ ਬੁਲਾਈ ਜਾ ਰਹੀ ਹੈ। ਹੁਣ ਉਹਦੇ 'ਚੋਂ ਕੀ ਕੱਢਣਾ ਗਾ ਉਹ ਤਾਂ ਉਹ ਦੱਸਣਗੇ। ਦੂਜੀ ਗੱਲ ਆ ਕਿ ਜਿਨ੍ਹਾਂ ਦੇ ਨਾਂ ਚੱਲ ਰਹੇ ਨੇ ਉਹ ਨਾਮ ਮੈਂ ਤੁਹਾਨੂੰ ਦੱਸਿਆ ਕਿ ਸੁਨੀਲ ਜਾਖੜ ਦਾ ਨਾਂ ਚੱਲ ਰਿਹਾ, ਜਮਾਂ ਉਹਨਾਂ ਦੇ ਧੁਰ ਵਿਰੋਧੀ ਪ੍ਰਤਾਪ ਬਾਜਵਾ ਦਾ ਨਾਮ ਵੀ ਚੱਲ ਰਿਹਾ, ਕਿਉਂਕਿ ਪ੍ਰਤਾਪ ਬਾਜਵਾ ਸਭ ਤੋਂ ਜ਼ਿਆਦਾ ਅਹੁਦਿਆਂ 'ਤੇ ਰਹੇ ਨੇ। ਪ੍ਰਧਾਨਗੀ ਵੀ ਉਹ ਰਹੇ, ਮੰਤਰੀ ਵੀ ਰਹੇ, ਯੂਥ ਕਾਂਗਰਸ ਦੇ ਪ੍ਰਧਾਨ ਵੀ ਰਹੇ, ਬਹੁਤ ਲੰਮਾ ਸਮਾਂ ਵੱਖ-ਵੱਖ ਅਹੁਦਿਆਂ ਦੇ ਉੱਤੇ ਰਹੇ ਨੇ। ਪ੍ਰਤਾਪ ਬਾਜਵਾ ਹੋ ਗਏ, ਸੁਖਜਿੰਦਰ ਰੰਧਾਵਾ ਕਿਉਂਕਿ ਪੂਰੀ ਇਸ ਗੇਮ ਦੇ ਅੰਦਰ ਸਭ ਤੋਂ ਅੱਗੇ ਫਰੰਟ 'ਤੇ ਸੀਗੇ, ਤੇ ਸੁਨੀਲ ਜਾਖੜ। ਇਹਨਾਂ ਨਾਵਾਂ 'ਤੇ ਚਰਚਾ ਚੱਲ ਰਹੀ ਹੈ। ਚਰਚਾ ਕਿਹਦੇ ਲਈ ਚੱਲ ਰਹੀ ਹੈ, ਕਿਉਂ ਚੱਲ ਰਹੀ ਹੈ, ਕੀ ਹੋਣਾ ਅੱਗੇ, ਇਹ ਮੈਂ ਉਹੀ ਕਹਿ ਰਿਹਾ ਗਾ ਕਿ ਸਿਚੁਏਸ਼ਨ 'ਤੇ ਡਿਪੈਂਡ ਕਰੇਗਾ ਕਿ ਸਿਚੁਏਸ਼ਨ ਕੀ ਬਣਦੀ ਹੈ। ਕੀ ਕੋਈ ਨਵੀਆਂ ਜ਼ਿੰਮੇਵਾਰੀਆਂ ਦੇਣ ਦੀ ਤਿਆਰੀ ਹੈ, ਜਾਂ ਕੋਈ ਹੋਰ ਧਮਾਕਾ ਕਰਨ ਦੀ ਤਿਆਰੀ ਹੈ, ਜਾਂ ਕੋਈ ਹੋਰ ਵੱਡੀ ਪੋਲੀਟੀਕਲ ਡਿਵੈਲਪਮੈਂਟ ਹੋ ਜਾਂਦੀ। ਇਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ, ਕਿਉਂਕਿ ਜਦੋਂ ਹੋਏਗੀ ਉਦੋਂ ਕਹਾਂਗੇ ਆਪਾਂ। ਉਹ ਤੋਂ ਪਹਿਲਾਂ ਕਹਿਣਾ, ਬਹੁਤ ਸਾਰੀਆਂ ਚਰਚਾਵਾਂ ਸਾਡੇ ਕੋਲ ਆ ਰਹੀਆਂ ਨੇ, ਪਰ ਅਸੀਂ ਉਹੀ ਗੱਲ ਹਮੇਸ਼ਾ ਆਲੇ ਦੁਆਲੇ ਚੈੱਕ ਕਰਦੇ ਹਾਂ।
ਇੱਕ ਥਾਂ ਤੋਂ ਚਰਚਾ ਆਉਂਦੀ ਹੈ ਤਾਂ 10 ਥਾਂ ਤੋਂ ਆਪਾਂ ਚੱਕ ਕਰੀਦੀ ਆ। ਬੀਤੀ ਰਾਤ ਹੀ ਕੀ ਕੁਝ ਹੋ ਰਿਹਾ ਸੀ ਸਾਨੂੰ ਪਤਾ ਸੀ ਬੀਤੀ ਰਾਤ, ਪਰ ਕਿਉਂਕਿ ਸਾਨੂੰ ਲੱਗਿਆ ਬਹੁਤ ਸੈਂਸਿਟਿਵ ਮਸਲਾ ਹੈਗਾ, ਜਦੋਂ ਤੱਕ ਥੋੜੀ ਜਿਹੀ ਚੀਜ਼ਾਂ ਪੱਕਦੀਆਂ ਨਹੀਂ ਉਦੋਂ ਤੱਕ ਕਿਤੇ ਬੋਲਣਾ ਨਹੀਂ ਚਾਹੀਦਾਗਾ। ਪਰ ਜੋ ਹੋਇਆ, ਜੋ ਮੈਂ ਦੱਸ ਰਿਹਾਗਾ, ਇਹ ਬਿਲਕੁਲ ਇਨ ਬਿਨ 100% ਆ। ਜੋ ਕਿੱਥੋਂ ਗੱਲ ਚੱਲੀ, ਕਿਵੇਂ ਚੱਲੀ, ਇਸ ਗੱਲ ਦੀ ਖਲਬਲੀ ਕੈਪਟਨ ਖੇਮੇ 'ਚ ਵੀ ਮੱਚੀ ਕਿ ਕੋਈ ਹਿਲਜੁਲ ਹੋਈ ਹੈ, ਕੋਈ ਮੂਵਮੈਂਟ ਹੋਈ ਆ। ਕੈਪਟਨ ਦੇ ਖਾਸ ਜਿਹੜੇ ਸੀ ਉਹਨਾਂ ਨੇ ਕਿਹਾ ਕੋਈ ਮੂਵਮੈਂਟ ਹੋਈ ਆ, ਪਰ ਕੈਪਟਨ ਦੇ ਧੜੇ ਨਾਲ ਵੀ ਅੱਜ ਕੁਝ ਲੋਕਾਂ ਨਾਲ ਗੱਲ ਹੋ ਰਹੀ ਸੀ। ਉਹ ਕਹਿੰਦੇ ਅਸੀਂ ਕੁਝ ਨਹੀਂ ਹੋ ਸਕਦਾ, ਕੋਈ 0% ਵੀ ਸੰਭਾਵਨਾ ਨਹੀਂ ਹੈ। ਆ ਕੇ ਵੇਰਕਾ ਨੇ ਤਾਂ ਔਨ ਰਿਕਾਰਡ ਕਿਹਾ, ਆਫ ਦੀ ਰਿਕਾਰਡ ਵੀ ਸਾਡੀ ਬਹੁਤ ਸਾਰੇ ਲੋਕਾਂ ਨਾਲ ਗੱਲ ਹੋਈ, ਉਹਨਾਂ ਨੇ ਕਿਹਾ 1% ਵੀ ਕੋਈ ਨਹੀਂ ਹੋ ਸਕਦਾ ਕੁਝ, ਕੋਈ ਮਰਜ਼ੀ ਜ਼ੋਰ ਲਾ ਲੇ, ਜਿੰਨਾ ਮਰਜ਼ੀ ਜ਼ੋਰ ਜਿਹਨੇ ਲਾਉਣਾ ਲਾ ਲੇ। ਕੈਪਟਨ ਅਮਰਿੰਦਰ ਸਿੰਘ ਕਿਸਮਤ ਦੇ ਬੜੇ ਧਨੀ ਨੇ, ਕੈਪਟਨ ਅਮਰਿੰਦਰ ਸਿੰਘ ਬੈਠੇ ਰਹਿਣਗੇ, ਕੈਪਟਨ ਅਮਰਿੰਦਰ ਸਿੰਘ ਦੇ ਸਮਰਥਕ ਕਹਿੰਦੇ ਨੇ। ਦੂਜੇ ਪਾਸੇ ਜਿਹੜਾ ਦੂਜਾ ਧੜਾ ਉਹ ਵੀ ਪੂਰੀ ਮਤਲਬ ਆਪਣੀਆਂ ਮੀਟਿੰਗਾਂ ਕਰ ਰਿਹਾ। ਸਾਨੂੰ ਪਤਾ ਲੱਗਿਆ ਅੱਜ ਮੀਟਿੰਗ ਹੋਈ ਹੈ, ਸਵੇਰੇ ਕਿਸੇ ਵਿਧਾਇਕ ਦੇ ਘਰ ਮੀਟਿੰਗ ਹੋਈ ਹੈ, ਕੁਝ ਮੰਤਰੀਆਂ ਦੀਆਂ ਅਲੱਗ-ਅਲੱਗ ਡਿਊਟੀਆਂ ਲਾਈਆਂ ਗਈਆਂ ਸੀ MLAs ਨੂੰ ਮਿਲਣ ਲਈ, ਉਹ ਮੰਤਰੀ ਵੀ ਮਿਲੇ ਨੇ MLAs ਨੂੰ। ਅਲੱਗ-ਅਲੱਗ ਮੀਟਿੰਗਾਂ, ਅਲੱਗ-ਅਲੱਗ, ਯਾਨੀ ਕੋਈ ਭਾਫ ਨਾ ਨਿਕਲੇ ਕਿਸੇ ਪਾਸੇ ਗੱਲ ਦੀ, ਕੋਈ ਗੱਲ ਕਿਸੇ ਪਾਸੇ ਨਾ ਜਾਵੇ। ਬਹੁਤੇ ਤਾਂ ਕਹਿੰਦੇ ਘਰਾਂ 'ਚ ਹੀ ਬੈਠੇ ਰਹੇ, ਯਾਨੀ ਘਰਾਂ 'ਚ ਹੀ ਗੱਲਬਾਤ ਹੁੰਦੀ ਰਹੀ, ਚੁੱਪ ਚਪੀਤੇ ਉਹਨਾਂ ਕੋਲ ਬੰਦੇ ਆਉਂਦੇ ਰਹੇ। ਬਹੁਤੇ ਲੋਕਾਂ ਨੇ ਫੋਨ ਦੇ ਉੱਤੇ ਗੱਲ ਕੀਤੀ, WhatsApp ਸਿਗਨਲ ਕਾਲ ਕਰਦੇ ਨੇ, ਦੂਜੀ ਕਾਲ ਤਾਂ ਕਹਿੰਦੇ ਰਿਕਾਰਡ ਹੋ ਜਾਂਦੀ ਹੈ। ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਅੱਜ ਸਾਰਾ ਦਿਨ ਸੁਣਨ ਨੂੰ ਮਿਲੀਆਂ ਨੇ। ਤਾਂ ਉਹਨਾਂ 'ਚੋਂ ਇੱਕ ਅੰਦਾਜ਼ਾ ਇਹ ਲਾਇਆ ਜਾ ਰਿਹਾ ਕਿ ਕੈਪਟਨ ਦਾ ਜਿਹੜਾ ਬਾਗੀ ਧੜਾ ਗਾ, ਜਿਹੜਾ ਉਹ ਆਪਣੇ ਤਰੀਕੇ ਦੀ ਰਣਨੀਤੀ ਤਿਆਰ ਕਰ ਰਿਹਾ ਕੈਪਟਨ ਨੂੰ ਡੀਰੇਲ ਕਰਨ ਲਈ। ਕਿਵੇਂ ਕੀ ਹੈਗਾ ਉਹਦੇ ਬਾਰੇ ਕੁਝ ਪੱਕਾ ਨਹੀਂ ਹੈ, ਕੀ ਹੋਏਗਾ, ਕੀ ਨਵੀਂ ਡਿਵੈਲਪਮੈਂਟ ਹੋਣੀ ਹੈ। ਦੂਜੇ ਪਾਸੇ ਕੈਪਟਨ ਧੜਾ ਵੀ ਉਹ ਸਾਰੀਆਂ ਗੱਲਾਂ ਨੂੰ ਡੀਰੇਲ ਕਰਨ ਲਈ, ਉਹ ਸਾਰੀਆਂ ਗੱਲਾਂ ਨਾ ਟਿਕਣ, ਇਹਦੇ ਲਈ ਕੈਪਟਨ ਦੇ ਧੜੇ ਨੇ ਤੇ ਕੈਪਟਨ ਨੇ ਵੀ ਪੂਰਾ ਜ਼ੋਰ ਲਾਇਆ। ਉਹ ਚੈੱਕ ਕੀਤਾ ਜਾ ਰਿਹਾ ਕੌਣ ਆਇਆ ਸੀ ਦਿੱਲੀ ਤੋਂ, ਕੋਈ ਆਇਆ ਜਾਂ ਨਹੀਂ ਆਇਆ, ਕੌਣ ਆਏਗਾ ਦਿੱਲੀ ਤੋਂ, ਕੋਈ ਆ ਰਿਹਾ ਗਾ, ਕੀ ਕਰਨ ਆ ਰਿਹਾ, ਜੇ ਆ ਰਿਹਾ ਕੋਈ ਨਵੀਂ ਅਨਾਉਂਸਮੈਂਟ ਹੋਣ ਜਾ ਰਹੀ ਹੈ, ਕੀ ਹੋਣ ਜਾ ਰਿਹਾ। ਇਹਨੂੰ ਲੈ ਕੇ ਸਾਰੇ ਕਾਂਗਰਸੀਆਂ ਦੇ ਅੱਜ ਕੰਨ ਪੂਰੇ ਚੱਕੇ ਹੋਏ ਜਿਵੇਂ ਹੁੰਦੇ ਆ, ਖਰਗੋਸ਼ ਵਾਂਗੂ ਕਾਂਗਰਸੀ ਅੱਜ ਫਿਰਦੇ ਸੀ ਸਾਰੇ ਪਾਸੇ ਆਲੇ ਦੁਆਲੇ, ਪੂਰੇ ਐ ਅਲਰਟ। ਤੇ ਦੇਖਦੇ ਹਾਂ ਹੁਣ ਕੀ ਹੁੰਦਾ। ਪਰ ਦੋਵਾਂ ਦੀ ਪਲੈਨਿੰਗ ਦੇਖੋ, ਕੈਪਟਨ ਨੇ ਜਦੋਂ ਇਹ ਸਾਰੀ ਗੱਲ ਚੱਲੀ ਆਪਣੇ ਤਰੀਕੇ ਨਾਲ ਚੀਜ਼ਾਂ ਨੂੰ ਡੀਰੇਲ ਕੀਤਾ। ਆਪਾਂ ਦੇਖਿਆ ਹੀ ਹੈ ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਕਿਸ ਤਰ੍ਹਾਂ ਦੀ ਕੈਪਟਨ ਦੀ ਰਾਜਨੀਤੀ ਹੈ, ਜਿਹੜੀ ਸਾਇਲੈਂਸ ਦੀ ਪੋਲਿਟਿਕਸ ਹੈ ਕੈਪਟਨ ਦੀ, ਚੁੱਪ ਦੀ। ਕਈ ਵਾਰ ਕਹਿੰਦੇ ਆ ਨਾ ਬੋਲਣਾ ਹੀ ਰਾਜਨੀਤੀ ਹੁੰਦਾ, ਕਈ ਵਾਰ ਨਾ ਬੋਲਣਾ ਹੀ ਬੋਲਣਾ ਹੁੰਦਾ, ਕਈ ਵਾਰ ਰਾਜਨੀਤੀ ਨਾ ਕਰਨਾ ਹੀ ਸਭ ਤੋਂ ਵੱਡੀ ਰਾਜਨੀਤੀ ਹੁੰਦਾ। ਤਾਂ ਕੈਪਟਨ ਨੇ ਉਹ ਸਟੇਜ ਤੋਂ ਲੈ ਕੇ ਜਿੱਦਣ ਸਿੱਧੂ ਨੇ ਪ੍ਰਧਾਨਗੀ ਦੀ ਸਹੁੰ ਚੱਕੀ, ਉਦੋਂ ਬਾਅਦ ਦੀ ਰਣਨੀਤੀ ਤੁਸੀਂ ਦੇਖੋਗੇ ਕੈਪਟਨ ਦੀ ਤੇ ਰਾਜਨੀਤੀ ਬਦਲੀ ਹੋਈ ਹੈ। ਵੱਖਰੇ ਤਰੀਕੇ ਦੀ ਇੱਕ ਪੋਲਿਟਿਕਸ ਕੈਪਟਨ ਨੇ ਕੀਤੀ ਹੈ। ਤਾਂ ਹੁਣ ਕੌਣ ਕਿਹਦੇ ਤੇ ਭਾਰੂ ਪੈਂਦਾ ਇਹ ਤਾਂ ਆਪਾਂ ਕਈ ਵਾਰ ਦੇਖ ਚੁੱਕੇ ਹਾਂਗੇ। ਸਿੱਧੂ ਵਾਲੀ ਪ੍ਰਧਾਨਗੀ ਸਿੱਧੂ ਭਾਰੀ ਪਏ ਕੈਪਟਨ ਤੇ, ਅੱਗੇ ਹੁਣ ਕੈਪਟਨ ਤੇ ਕੋਈ ਭਾਰੂ ਪੈਂਦਾ ਜਾਂ ਕੈਪਟਨ ਕਿਸੇ ਦੇ ਭਾਰੂ ਪੈ ਜਾਣਗੇ। ਇਹ ਬਹੁਤ ਸਾਰੀਆਂ ਚਰਚਾਵਾਂ ਚੱਲ ਰਹੀਆਂ ਨੇ।